পাকিস্তানের হয়ে গুপ্তচর বৃত্তির অভিযোগে কয়েক মাস আগে গ্রেফতার করা হয় জ্যোতি মালহোত্রাকে। সেই ঘটনার রীতিমতো তোলপাড় ফেলে দেয় গোটা দেশে। আর শুরু সেই জ্যোতিকে দিয়ে। তবে তারপর বেশ কিছু নাম চর্চায় আসে। তবে এবার আপনাদেরকে যে খবর বলবো তা জানলে চমকে যাবেন। পাকিস্তানের গোয়েন্দা সংস্থা আইএসআই এখন ভারতের ছাত্রদেরকে টার্গেট করছে। পাঠানকোট পুলিশ গুপ্তচর বৃত্তির অভিযোগে এক ছাত্রকে পাকড়াও করেছে। সে গত 1 বছর ধরে পাকিস্তানে আইএসআই হ্যান্ডেলারদের ভারত সম্পর্কে তথ্য সরবরাহ করছিল। জানা যাচ্ছে ওই যে ছাত্রের কথা বলা হচ্ছে জম্মুর সাম্বার বাসিন্দা। ভারতের বিরুদ্ধে ছক বহুদিন ধরে পাকিস্তান চালিয়ে যাচ্ছে, আর এখন তারা ভারতের ছাত্রদেরকেই টার্গেট করছে। পাঠানকোটে এমনই একটি ঘটনা সামনে এসেছে। পাঠানকোট পুলিশ এক ছাত্রকে এই মর্মে গ্রেফতার করেছে। সে গত 1 বছর ধরে পাকিস্তানে গুপ্তচর সংস্থার সঙ্গে যোগাযোগ রাখছিল এবং পাকিস্তানে গোয়েন্দা তথ্য পাঠাচ্ছিল বলে জানা যাচ্ছে। তার মোবাইল ফোন থেকে এই সমস্ত তথ্য উদ্ধার করা হয়েছে। ছেলেটি জম্মুর সাম্বা জেলার বাসিন্দা বলে জানা গিয়েছে। তাকে গ্রেফতারের পর ইতিমধ্যেই পদক্ষেপ শুরু করেছে পুলিশ। জিজ্ঞাসাবাদের সময় পুলিশ আরও জানতে পেরেছে যে পাঞ্জাবের আরও বেশ কয়েকটি জেলার পড়ুয়ারাও আইএসআই এর সঙ্গে যোগাযোগ রেখেছে। ফলস্বরূপ পুলিশ পাঞ্জাবের বিভিন্ন জেলাকে সতর্ক করেছে যাতে তাদের সময় মতো গ্রেফতার করা যায় এবং ভারতের গোয়েন্দা তথ্য পাকিস্তানে পাচার না হয়ে যায়। এই বিষয়ে এসএসপি পাঠানকোট তিনি বলছেন যে ধৃত পড়ুয়া পাকিস্তানের আইএসআই এর সঙ্গে যোগাযোগ রাখছিল। তথ্য কিভাবে পাকিস্তানে পাচার করা হয়েছিল সেই সম্পর্কে গুরুত্বপূর্ণ তথ্য পাওয়া গিয়েছে। পাঞ্জাবের অন্যান্য কিছু পড়ুয়ার সঙ্গেও এর যোগ থাকতে পারে। পাঞ্জাবের বিভিন্ন জেলার পুলিশকে এই বিষয়ে অবগত করা হয়েছে। শীঘ্রই বাকিদেরকেও পাকড়াও করা হবে। এসএসপি পাঠানকোট কি বলছেন শোনাবো। ਪਠਾਨਕੋਟ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ। ਮੈਂ ਇੱਥੇ ਜਿਸ ਸ਼ਖਸ ਦਾ ਨਾਮ ਕਿਉਂਕਿ ਜੁਵਨਾਈਲ ਜਸਟਿਸ ਕਰਕੇ ਉਹਦਾ ਕਾਲਪਨਿਕ ਨਾਮ ਲੈ ਰਿਹਾ, ਉਹਦਾ ਅਸਲ ਨਾਮ ਨਹੀਂ ਹੈ। ਇੱਕ ਸੰਜੀਵ ਕੁਮਾਰ ਨਾਂ ਦੇ ਲੜਕੇ ਨੂੰ ਅਸੀਂ ਸਾਡੇ ਕੋਲ ਗੁਪਤ ਸੂਚਨਾ ਮਿਲੀ ਸੀ ਕਿ ਉਹ ਜਿਹੜਾ ਹੈਗਾ ਆ ਉਹ ਇਸ ਵੇਲੇ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਜਿਹੜੀ ਉਹਨਾਂ ਦੀ ਏਜੰਸੀ ਹੈਗੀ ਆ ਉਹਦੇ ਫਰੰਟਲ ਜਿਹੜੇ ਹੈਗੇ ਆ ਆਰਗੇਨਾਈਜੇਸ਼ਨਸ ਹੈਗੀਆਂ, ਜਿਹੜੀਆਂ ਟੈਰਰ ਆਰਗੇਨਾਈਜੇਸ਼ਨ ਆ, ਉਹਨਾਂ ਨਾਲ ਸਿੱਧੇ ਤੌਰ ਤੇ ਸੰਪਰਕ ਵਿੱਚ ਹੈ ਔਰ ਉਹਨਾਂ ਨੂੰ ਮਹੱਤਵਪੂਰਨ ਜਾਣਕਾਰੀਆਂ ਜਿਹੜੀਆਂ ਕਿ ਸਿਕਿਉਰਿਟੀ ਦੇ ਨਾਲ ਕੰਸਰਨ ਆ, ਸਾਡੇ ਦੇਸ਼ ਦੀ ਸੁਰੱਖਿਆ ਨਾਲ ਕੰਸਰਨ ਹੈਗੀਆਂ, ਉਹਨਾਂ ਦੀ ਮਹੱਤਵਪੂਰਨ ਜਾਣਕਾਰੀ ਦਾ ਆਦਾਨ ਪ੍ਰਦਾਨ ਇਹ ਕਰ ਰਿਹਾ ਔਰ ਅਕ੍ਰੋਸ ਦੀ ਬਾਰਡਰ ਜਿਹੜੇ ਹੈਗੇ ਆ ਉੱਥੇ ਦੇ ਜਿਹੜੇ ਹੈਗੇ ਆ ਮਿਲਟਰੀ ਦੇ ਆਫੀਸਰਸ ਤੇ ਏਜੰਸੀਜ਼ ਦੇ ਜਿਹੜੇ ਹੈਗੇ ਆ ਆਈਐਸਆਈ ਏਜੰਸੀ ਦੇ ਹੈਗੇ ਹੋਰ ਹੈਗੇ ਆ ਉਹਨਾਂ ਦੇ ਆਫੀਸਰਸ ਹੈਗੇ ਆ ਜਾਂ ਉਹਨਾਂ ਦੀਆਂ ਫਰੰਟਲ ਆਰਗੇਨਾਈਜੇਸ਼ਨ ਜਿਹੜੀਆਂ ਟੈਰਰ ਮੋਡਿਊਲ ਚਲਾਉਂਦੀਆਂ ਹੈਗੀਆਂ ਉਹਨਾਂ ਦੇ ਨਾਲ ਇਹ ਜਿਹੜਾ ਇਨ ਟੱਚ ਵਿੱਚ ਹੈਗਾ। ਸੋ ਇਸ ਸੂਚਨਾ ਦੇ ਆਧਾਰ ਤੇ ਅੱਜ ਉਸ ਨੂੰ ਅਸੀਂ ਗ੍ਰਿਫਤਾਰ ਕੀਤਾ। ਜਦੋਂ ਉਸ ਦੀ ਕਾਇਦੇ ਮੁਤਾਬਕ ਜਿਹੜੀ ਹੈਗੀ ਆ ਉਹ ਅਸੀਂ ਪੁੱਛਗਿੱਛ ਕੀਤੀ ਹੈ। ਪੁੱਛਗਿੱਛ ਕਰਨ ਦੇ ਦੌਰਾਨ ਔਰ ਉਹਦੇ ਕੋਲ ਜਿਹੜੇ ਮੋਬਾਈਲ ਫੋਨ ਬਰਾਮਦ ਹੋਏ ਆ ਉਹ ਸਾਡੇ ਵਾਸਤੇ ਵੀ ਚੁਕਾ ਦੇਣ ਵਾਲੇ ਸੀਗੇ ਔਰ ਇਹ ਜਿਹੜਾ ਬੱਚਾ ਹੈ ਦੀ ਉਮਰ 15 ਸਾਲ ਹੈ। ਇਹ ਪਾਕਿਸਤਾਨ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਉਹ ਅਜਿਹੀ ਯੰਗ ਏਜ ਦੇ ਬੱਚਿਆਂ ਨੂੰ ਜਿਹੜੀਆਂ ਹੈਗੀਆਂ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਆ ਕੇ, ਜਿਹੜਾ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿ ਉਸ ਕਿਸ ਮੀਡੀਆ ਪਲੇਟਫਾਰਮ ਤੇ ਜਾ ਰਹੇ ਆ, ਉਸ ਮੀਡੀਆ ਪਲੇਟਫਾਰਮ ਤੇ ਲਿਆ ਕੇ ਪਹਿਲਾਂ ਤਾਂ ਉਹਨਾਂ ਨਾਲ ਚੈਟ ਕਰਦੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਬੜੀਆਂ ਲੁਕਰੇਟਿਵ ਆਫਰਸ ਜਿਵੇਂ ਕਿ ਹਥਿਆਰ ਚਲਾਉਣਾ, ਹਥਿਆਰ ਨੂੰ ਹੈਂਡਲ ਕਰਨਾ, ਹਥਿਆਰਾਂ ਦੀ ਸਪਲਾਈ ਦੇਣਾ ਔਰ ਹੋਰ ਕਈ ਤਰ੍ਹਾਂ ਦੇ ਲਾਲਚ ਜੋ ਕਿ ਬੱਚਿਆਂ ਨੂੰ ਅਟਰੈਕਟ ਕਰ ਸਕਦੇ ਇਸ ਪੁੱਠੇ ਕੰਮਾਂ ਵਾਸਤੇ ਉਹਨਾਂ ਦੇ ਟਰੈਪ ਵਿੱਚ ਫਸਾਉਂਦੇ ਆ ਔਰ ਇਹ ਜਾਣਕਾਰੀ ਵੀ ਉਹਨਾਂ ਕੋਲ ਬੱਚਿਆਂ ਕੋਲ ਲੈ ਲਈ ਜਾਂਦੀ ਆ ਕਿ ਉਹ ਕਿਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਆ। ਇਸ ਬੱਚੇ ਦੇ ਵਾਸਤੇ ਇੱਕ ਫੈਮਿਲੀ ਬੈਕਗ੍ਰਾਉਂਡ ਹੈ ਕਿ ਇਹਦੇ ਫਾਦਰ ਦੀ ਡੈਥ ਹੋ ਚੁੱਕੀ ਹੈ ਔਰ 1.5 ਸਾਲ ਪਹਿਲਾਂ ਡੈਥ ਹੋਈ ਸੀ ਤਾਂ ਇਹਨੂੰ ਸ਼ੱਕ ਸੀਗਾ ਕਿ ਸ਼ਾਇਦ ਮੇਰੇ ਫਾਦਰ ਦਾ ਮਰਡਰ ਹੋਇਆ, ਜਿਹੜਾ ਕਿ ਜੇਐਂਡਕੇ ਦੇ ਵਿੱਚ ਸਥਿਤ ਹੈ, ਇਹਦਾ ਆਪਣਾ ਰਹਿਸ਼ੀ ਜ਼ਿਲ੍ਹਾ ਜਿਹੜਾ ਜੇਐਂਡਕੇ 'ਚ। ਪਰ ਸਾਡੀ ਜਿਹੜੀ ਅਸੀਂ ਮਜ਼ੀਦ ਪੁੱਛਗਿੱਛ ਕੀਤੀ ਆ, ਅਸੀਂ ਤਫਤੀਸ਼ ਕੀਤੀ, ਉਹ ਤੋਂ ਇਹ ਪਾਇਆ ਨਹੀਂ ਗਿਆ ਕਿ ਉਹਨਾਂ ਦਾ ਮਰਡਰ ਹੋਇਆ ਸੀ, ਪਰ ਬੱਚੇ ਦੀ ਮਾਨਸਿਕਤਾ ਉੱਤੇ ਅਸਰ ਕਰ ਰਿਹਾ ਕਿ ਮੇਰੇ ਫਾਦਰ ਦਾ ਮਰਡਰ ਹੋਇਆ। ਉਸ ਡੈਸਪਰੇਸ਼ਨ ਨੂੰ ਲੈ ਕੇ ਅਲੱਗ-ਅਲੱਗ ਪਲੇਟਫਾਰਮਸ ਉੱਤੇ ਜਿਹੜਾ ਹੈਗਾ ਆ ਇਹਨੇ ਜਾਣ ਦੀ ਕੋਸ਼ਿਸ਼ ਕੀਤੀ। ਉਸ ਕੋਸ਼ਿਸ਼ ਦੌਰਾਨ ਇਹ ਜਿਹੜੇ ਹੈਗੇ ਆ ਇਹ ਜਿਹੜੀਆਂ ਪਾਕਿਸਤਾਨ ਦੀਆਂ ਏਜੰਸੀਜ਼ ਆ ਉਹਨਾਂ ਦੇ ਫਰੰਟਲ ਫੇਸਿਸ ਹੈਗੇ ਆ, ਉਹਨਾਂ ਦੇ ਟਰੈਪ ਦੇ ਵਿੱਚ ਫਸ ਗਿਆ। किस रिलीजन तो बिलोंग करते? ਇਹ ਹਿੰਦੂ ਰਿਲੀਜਨ ਨੂੰ ਬਿਲੋਂਗ ਕਰਦੇ।
ਇਸ ਤੋਂ ਇਲਾਵਾ ਜਿਹੜਾ ਇਹਨੇ ਮੋਬਾਈਲ ਫੋਨ ਜਿਹੜਾ ਇਹਦੇ ਕੋਲ ਸੀਗਾ, ਉਹ ਮੋਬਾਈਲ ਫੋਨ ਹਾਲਾਂਕਿ ਆਪ ਬੜਾ ਇਹ ਸਮਾਰਟ ਹੈ, ਟੈਕ ਸੇਵੀ ਆ, ਔਰ ਇਹਦੇ ਮੋਬਾਈਲ ਫੋਨ ਨੂੰ ਉਧਰ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਬੈਠੀਆਂ, ਉਹਨਾਂ ਨੇ ਇਹਦੇ ਫੋਨ ਨੂੰ ਵੀ ਇਹਦੀ ਜਿਹੜੀ ਹੈਗੀ ਆ ਸਾਰੀ ਦੀ ਸਾਰੀ ਇਨਫੋਰਮੇਸ਼ਨ ਇਹਦੇ ਫੋਨ ਤੋਂ ਡਾਇਰੈਕਟ ਜਿਹੜੀ ਹੈਗੀ ਆ ਥਰੂ ਕਲੋਨਿੰਗ ਜਿਹੜੀ ਹੈਗੀ ਆ ਉਹ ਲੈਣੀ ਸ਼ੁਰੂ ਕਰ ਦਿੱਤੀ ਸੀ। ਔਰ ਇਹਨੇ ਮਹੱਤਵਪੂਰਨ ਲੋਕੇਸ਼ਨਸ ਦੀਆਂ ਕੁਝ ਵੀਡੀਓਗ੍ਰਾਫੀ ਜਿਹੜੀਆਂ ਕਰਕੇ ਜਿਹੜੀਆਂ ਹੈਗੀਆਂ ਉਹਦੀ ইনফরমেশন ਇਹਨੇ ਜਿਹੜੀ ਹੈਗੀ ਆ ਉਹ ਲੈ ਰੱਖੀ ਸੀਗੀ। ভাবতে পারছেন এবার ভারতের ছাত্রদেরকেই পাকিস্তান টার্গেট করছে ভারতের অভ্যন্তরীণ সমস্ত খবর পাওয়ার জন্য। এর আগে আমরা দেখেছিলাম জ্যোতি মালহোত্রার বিষয়টা, যেখানে জ্যোতি মালহোত্রা বিভিন্ন জায়গায় গিয়ে বিভিন্ন সিকিউরিটির যে হাই সিকিউরিটি জোন রয়েছে সেইখানে গিয়ে সেই সমস্ত তথ্য সংগ্রহ করে পাকিস্তানের হাতে তুলে দেয়। আর এবার পাকিস্তান রীতিমতন ভারতের ছাত্রদেরকে টার্গেট করছে। পাঠানকোট পুলিশ গুপ্তচর বৃত্তির অভিযোগে এক ছাত্রকে ইতিমধ্যে পাকড়াও করেছে। গত 1 বছর ধরে সে পাকিস্তানকে সমস্ত তথ্য সরবরাহ করেছে। জানা যাচ্ছে ওই ছাত্র জম্মুর সাম্বার বাসিন্দা। ভারতের বিরুদ্ধে ছক কষার চেষ্টা পাকিস্তান দীর্ঘদিন ধরে চালিয়ে যাচ্ছে। সন্ত্রাসবাদের আতুর ঘর পাকিস্তান। বারবার পাকিস্তানের তরফ থেকে শোনা যায় পাক মন্ত্রীদের বলতে যে তারা নাকি সমস্ত অস্ত্র ভারতের দিকে তাক করে রেখেছে, নিউক্লিয়ার একেবারে তাদের কাছে রেডি রয়েছে, যে কোনো সময় নাকি তারা ভারতকে উড়িয়ে দিতে পারে। তো এই ধরনের বিভিন্ন আস্ফালন পাকিস্তানের তরফ থেকে শোনা যাচ্ছে, ঠিক কথাই। তারই মধ্যে এবার পাকিস্তান টার্গেট করছে ভারতের ছাত্রদেরকে। আর এই ঘটনায় ইতিমধ্যেই একজনকে গ্রেফতারও করা হয়েছে। পাঠানকোটে এই বিষয়টি সামনে এসেছে। পাঠানকোট পুলিশ এই ঘটনায় একজন ছাত্রকে গ্রেফতার করেছে। গত 1 বছর ধরে সে পাকিস্তানের গুপ্তচরদের সঙ্গে যোগাযোগ রাখছিল এবং ভারতের বিভিন্ন যে সিকিউরিটির তথ্য রয়েছে সেগুলো পাঠাচ্ছিল। তার মোবাইল ফোন থেকে সমস্ত তথ্য উদ্ধার করা হয়েছে। ছেলেটি সাম্বার বাসিন্দা বলে জানা গিয়েছে। তাকে গ্রেফতারের পর পদক্ষেপ নিতে শুরু করেছে পুলিশ। জিজ্ঞাসাবাদের সময় পুলিশ আরও জানতে পেরেছে পাঞ্জাবে এরকম বেশ কয়েকজন পড়ুয়া রয়েছে যারা কিন্তু এইভাবে আইএসআই এর সঙ্গে যুক্ত। ফলস্বরূপ পুলিশ পাঞ্জাবের বিভিন্ন জেলাকে সতর্ক করেছে যাতে তাদের সময় মতো গ্রেফতার করা যায় এবং ভারতের গোয়েন্দা তথ্য পাকিস্তানে পাচার না হয়ে যায়। আপনাদেরকে আরও একবার শোনাবো এসএসপি পাঠানকোট এই নিয়ে ঠিক কি বলছেন। ਪਠਾਨਕੋਟ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ। ਮੈਂ ਇੱਥੇ ਜਿਸ ਸ਼ਖਸ ਦਾ ਨਾਮ ਕਿਉਂਕਿ ਜੁਵਨਾਈਲ ਜਸਟਿਸ ਕਰਕੇ ਉਹਦਾ ਕਾਲਪਨਿਕ ਨਾਮ ਲੈ ਰਿਹਾ, ਉਹਦਾ ਅਸਲ ਨਾਮ ਨਹੀਂ ਹੈ, ਇੱਕ ਸੰਜੀਵ ਕੁਮਾਰ ਨਾਂ ਦੇ ਲੜਕੇ ਨੂੰ ਅਸੀਂ ਸਾਡੇ ਕੋਲ ਗੁਪਤ ਸੂਚਨਾ ਮਿਲੀ ਸੀ ਕਿ ਉਹ ਜਿਹੜਾ ਹੈਗਾ ਆ ਉਹ ਇਸ ਵੇਲੇ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਜਿਹੜੀ ਉਹਨਾਂ ਦੀ ਏਜੰਸੀ ਹੈਗੀ ਆ ਉਹਦੇ ਫਰੰਟਲ ਜਿਹੜੇ ਹੈਗੇ ਆ ਆਰਗੇਨਾਈਜੇਸ਼ਨਸ ਹੈਗੀਆਂ, ਜਿਹੜੀਆਂ ਟੈਰਰ ਆਰਗੇਨਾਈਜੇਸ਼ਨ ਆ, ਉਹਨਾਂ ਨਾਲ ਸਿੱਧੇ ਤੌਰ ਤੇ ਸੰਪਰਕ ਵਿੱਚ ਹੈ ਔਰ ਉਹਨਾਂ ਨੂੰ ਮਹੱਤਵਪੂਰਨ ਜਾਣਕਾਰੀਆਂ ਜਿਹੜੀਆਂ ਕਿ ਸਿਕਿਉਰਿਟੀ ਦੇ ਨਾਲ ਕੰਸਰਨ ਆ, ਸਾਡੇ ਦੇਸ਼ ਦੀ ਸੁਰੱਖਿਆ ਨਾਲ ਕੰਸਰਨ ਹੈਗੀਆਂ, ਉਹਨਾਂ ਦੀ ਮਹੱਤਵਪੂਰਨ ਜਾਣਕਾਰੀ ਦਾ আদান প্রদান ਇਹ ਕਰ ਰਿਹਾ। সমস্ত খবরের আপডেটের জন্য আপনাদের নজর থাকুক আজ তাক বাংলায়। চ্যানেলটিকে সাবস্ক্রাইব করতে ভুলবেন না।